ਸਿਖਰ ਦੁਪਹਿਰ ਵਿੱਚ ਚੱਲਦੀਆਂ ਪੱਖੀਆਂ ਬੈਠੀਆਂ ਤਰਿੰਜਣ ਵਿੱਚ ਸੋਹਣੀਆਂ ਸੁਨੱਖੀਆਂ ਨੀ ਤੂੰ ਸਾਰਿਆਂ ਚ ਸਿਰੇ ਦੀ ਰਕਾਨ ਤੂੰ ਫੁਲਕਾਰੀ ਕੱਢਦੀ ਤੇਰੀ ਫੁਲਕਾਰੀ ਕੱਢੇ ਸਾਡੀ ਜਾਨ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਵਿਰਾਸਤੀ ਪੈੜਾਂ। ਮੈਂ ਬरुण कौर मान ਪੰਜਾਬ ਮੇਲ USA TV ਦੀ ਖਾਸ ਪੇਸ਼ਕਸ਼ ਹੈ। ਪ੍ਰੋਗਰਾਮ ਵਿਰਾਸਤੀ ਪੈੜਾਂ ਜੋ ਸਾਨੂੰ ਸਾਡੀ ਵਿਰਾਸਤ ਦੇ ਨਾਲ ਜੋੜਦੀ ਹੈ, ਮੌਕਾ ਦਿੰਦੀ ਹੈ ਉਹਨਾਂ ਚੀਜ਼ਾਂ ਨੂੰ ਜਾਣਨ ਦਾ ਜੋ ਹੌਲੀ ਹੌਲੀ ਅਲੋਪ ਹੋ ਰਹੀਆਂ ਨੇ, ਜਾਂ ਫਿਰ ਉਹਨਾਂ ਦਾ ਹੌਲੀ ਹੌਲੀ ਰੂਪ ਬਦਲ ਰਿਹਾ, ਤੇ ਜਾਂ ਫਿਰ ਅਜੇ ਵੀ ਸਾਡੇ ਦਿਲਾਂ ਦੇ ਵਿੱਚ ਬੇਸ਼ੱਕ ਜਿੰਦਾ ਨੇ, ਪਰ ਆਮ ਰੋਜ਼ਮਰਾ ਦੀ ਜ਼ਿੰਦਗੀ 'ਚੋਂ ਉਹ ਖਤਮ ਹੋ ਗਈਆਂ। ਅੱਜ ਆਪਾਂ ਗੱਲ ਕਰਨੀ ਹੈ ਤਰਿੰਜਣ ਦੀ। ਕਈਆਂ ਨੂੰ ਲੱਗਦਾ ਹੁੰਦਾ ਹੈ ਕਿ ਸ਼ਾਇਦ ਜਿਹੜਾ ਤਰਿੰਜਣ ਹੈ ਉਹ ਕੇਵਲ ਤੇ ਕੇਵਲ ਤੀਆਂ ਦੇ ਨਾਲ ਸੰਬੰਧਿਤ ਹੈ, ਪਰ ਨਹੀਂ। ਜੀ ਹਾਂ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਤੀਆਂ ਤੇ ਤਰਿੰਜਣ ਲੱਗਦੇ ਸੀ, ਪਰ ਤਰਿੰਜਣ ਕੇਵਲ ਤੀਆਂ ਤੇ ਲੱਗਦੇ ਸੀ ਐਦਾਂ ਆਪਾਂ ਨਹੀਂ ਕਹਿ ਸਕਦੇ। ਤਰਿੰਜਣ ਹਰ ਮੌਸਮ ਦੇ ਵਿੱਚ ਲੱਗਦੇ ਸੀ, ਗਰਮੀਆਂ ਦੇ ਵਿੱਚ, ਸਿਆਲਾਂ ਦੇ ਵਿੱਚ, ਸਵੇਰ ਨੂੰ ਲੱਗਦੇ, ਰਾਤ ਨੂੰ ਲੱਗਦੇ, ਕਿਉਂਕਿ ਤਰਿੰਜਣ ਉਸ ਟਾਈਮ ਇੱਕ ਸ਼ੌਕ ਵੀ ਸੀ ਤੇ ਤਰਿੰਜਣ ਸਮੇਂ ਦੀ ਲੋੜ ਵੀ ਸੀ। ਤਰਿੰਜਣ ਨੇ ਹੌਲੀ ਹੌਲੀ ਆਪਣਾ ਰੂਪ ਬਦਲਿਆ। ਜਿੱਦਾਂ ਕਹਿ ਲਓ ਕਿ ਪੁਰਾਣੇ ਸਮੇਂ ਦੇ ਤਰਿੰਜਣ ਦੇ ਵਿੱਚ ਪਹਿਲਾਂ ਤਿਆਰ ਕੀਤੀ ਜਾਂਦੀ ਸੀ ਫੁਲਕਾਰੀ ਤੇ ਬਾਗ ਹੱਥ ਦੇ ਨਾਲ। ਹੁਣ ਤਰਿੰਜਣ ਦੇ ਵਿੱਚ ਫੁਲਕਾਰੀ ਤੇ ਬਾਗ ਕੋਈ ਨਹੀਂ ਕੱਢੇਗਾ, ਕਿਉਂਕਿ ਮਸ਼ੀਨੀਕਰਨ ਹੋ ਗਿਆ ਤੇ ਮਸ਼ੀਨਾਂ ਦੇ ਯੁੱਗ ਦੇ ਵਿੱਚ ਸਮੇਂ ਦੇ ਨਾਲ ਚੱਲਣਾ ਵੀ ਜ਼ਰੂਰੀ ਹੈ। ਤਰਿੰਜਣ ਉਸ ਸਮੇਂ ਦਾ ਐਡਾ ਤਕੜਾ ਸ਼ੌਂਕ ਹੁੰਦਾ ਸੀ ਕਿ ਜਦੋਂ ਕਿਸੇ ਸੁਆਣੀ ਦੇ ਘਰ ਤਰਿੰਜਣ ਲੱਗਣਾ, ਘਰ ਕੱਚੇ ਸੀ ਤੇ ਉਹਨੇ ਪਹਿਲਾਂ ਆਪਣੇ ਘਰ ਦਾ ਵਿਹੜਾ ਚੰਗੀ ਤਰ੍ਹਾਂ ਲਿਪਣਾ ਕਿ ਐਤਕੀ ਤਰਿੰਜਣ ਦੀ ਵਾਰੀ ਮੇਰੇ ਘਰ ਆ। ਚੰਗੀ ਤਰ੍ਹਾਂ ਸਾਰੀ ਤਿਆਰੀ ਤਿਉਰੀ ਕਰ ਲੈਣੀ, ਔਰ ਕੁੜੀਆਂ ਨੇ ਜਦੋਂ ਤਰਿੰਜਣ ਲਾਉਣਾ ਤੇ ਚੰਗੀ ਤਰ੍ਹਾਂ ਆਪਣੇ ਚਰਖੇ ਨੂੰ ਵੀ ਤਿਆਰ ਕਰਨਾ। ਕਹਿਣਾ ਕਿ ਕਿਤੇ ਕੋਈ ਇਹ ਨਾ ਕਹਿ ਦੇਵੇ ਇਹਦਾ ਚਰਖਾ ਮਾੜਾ ਆ, ਇਹਦੀ ਘਟੀਆ ਲੱਕੜ ਦਾ ਆ। ਕਿਹਾ ਜਾਂਦਾ ਨਾ ਕਿ ਟਾਹਲੀ ਦਾ ਚਰਖਾ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਕਿੱਕਰ ਦਾ ਮੇਰਾ ਚਰਖਾ ਨੀ ਮਾਏ ਟਾਹਲੀ ਦਾ ਬਣਵਾ ਦੇ, ਕਿੱਕਰ ਦਾ ਮੇਰਾ ਚਰਖਾ ਨੀ ਮਾਏ ਟਾਹਲੀ ਦਾ ਬਣਵਾ ਦੇ, ਹਾਣ ਮੇਰੇ ਦੀਆਂ ਕੱਤ ਕੇ ਸੌਂ ਗਈਆਂ ਮੈਨੂੰ ਨੀਂਦ ਨਾ ਆਵੇ, ਚਰਖਾ ਬੂ ਚੰਦਰਾ ਮੇਰੀ ਨੀਂਦ ਗਵਾਵੇ। ਸੋ ਇਹ ਵੀ ਹੁੰਦਾ ਸੀ, ਬਹੁਤ ਤੇਜ਼ ਕੰਮ ਕਿਹੜੀ ਕੁੜੀ ਕਰ ਲੈਂਦੀ ਹੈ ਤਰਿੰਜਣ ਦੇ ਵਿੱਚ, ਕਿ ਕਿਹੜੀ ਕੁੜੀ ਦਾ ਹੱਥ ਇੰਨਾ ਸਾਫ਼ ਆ ਕਿ ਉਹ ਫਟਾਫਟ ਆਪਣੀ ਫੁਲਕਾਰੀ, ਚਾਦਰ ਜਾਂ ਹੋਰ ਵੀ ਕੋਈ ਕਢਾਈ ਕੱਢ ਕੇ ਵਿਹਲੀ ਹੋ ਜਾਂਦੀ ਆ, ਕਿਹੜੀ ਕੁੜੀ ਹੌਲੀ ਹੌਲੀ ਕਢਾਈ ਕੱਢਦੀ ਆ। ਤੇ ਕੁਝ ਜਿਹੜੀਆਂ ਸੁਆਣੀਆਂ ਪੁਰਾਣੇ ਸਮੇਂ ਦੇ ਵਿੱਚ ਤਰਿੰਜਣ 'ਚ ਬੈਠਦੀਆਂ ਸੀ, ਉਹ ਤਾਂ ਰਾਤ ਨੂੰ ਦੀਵੇ ਦੀ ਲੌ ਦੇ ਨਾਲ ਵੀ ਬਹੁਤ ਵਧੀਆ ਕੰਮ ਕਰ ਲੈਂਦੀਆਂ ਸੀ। ਕਈ ਬਜ਼ੁਰਗਾਂ ਤੋਂ ਤੁਸੀਂ ਸੁਣਿਆ ਹੋਣਾ, ਮੈਂ ਵੀ ਸੁਣਿਆ, ਕਿ ਕਹਿੰਦੇ ਆ ਵੀ ਲੈ ਵੀ ਇਹ ਤਾਂ ਇੰਨੀ ਵਧੀਆ ਕਢਾਈ ਕਢੂਈ ਦੇ ਕੰਮ 'ਚ ਸੀਗੀ, ਜਦੋਂ ਸਾਡਾ ਤਰਿੰਜਣ ਲੱਗਦਾ ਹੁੰਦਾ ਸੀ ਤਾਂ ਇਹ ਤਾਂ ਰਾਤ ਨੂੰ ਦੀਵੇ ਦੀ ਲੌ ਦੇ ਨਾਲ ਵੀ ਸਾਰਾ ਕੰਮ ਫਟਾਫਟ ਕਰ ਲੈਂਦੀ ਸੀ। ਇੱਕ ਗੱਲ ਹੈ ਕਿ ਉਦੋਂ ਕੁੜੀਆਂ ਦੇ ਮਨੋਰੰਜਨ ਦਾ ਕੋਈ ਸਾਧਨ ਨਹੀਂ ਹੁੰਦਾ ਸੀ, ਪੇਕਿਆਂ ਦੇ ਨਾਲ ਵੀ ਫੋਨ ਦੇ ਜ਼ਰੀਏ ਗੱਲਬਾਤ ਨਹੀਂ ਹੁੰਦੀ ਸੀ। ਪੇਕਿਆਂ ਨੂੰ ਜਾਣ ਦੇ ਲਈ ਕਿਹੜਾ ਫਟਾਫਟ ਮਿੰਟੋ ਮਿੰਟੀ ਗੱਡੀਆਂ ਹੁੰਦੀਆਂ ਸੀਗੀਆਂ, ਤੇ ਆਪਣੇ ਘਰਾਂ ਕਾਰਾਂ ਦੇ ਕੰਮਾਂ ਤੋਂ ਵਿਹਲੇ ਹੋ ਕੇ ਤਰਿੰਜਣ ਹੀ ਇੱਕ ਕੁੜੀਆਂ ਦਾ ਮਨੋਰੰਜਨ ਦਾ ਸਾਧਨ ਸੀ। ਤਰਿੰਜਣ ਦੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਤਰਿੰਜਣ ਦਾ ਇਤਿਹਾਸ ਬਹੁਤ ਪੁਰਾਣਾ ਨਜ਼ਰੀ ਪੈਂਦਾ ਹੈ। ਇਸ ਦਾ ਜ਼ਿਕਰ ਬਹੁਤ ਪਹਿਲਾਂ ਤੋਂ ਹੋਣ ਲੱਗਦਾ ਹੈ। ਤਰਿੰਜਣ ਆਮ ਤੌਰ ਤੇ ਕਹਿਣਾ 3-4 ਜਾਣੇ ਜਿੱਥੇ ਜੁੜ ਕੇ ਬੈਠ ਗਏ ਉੱਥੇ ਤਰਿੰਜਣ ਬਣ ਗਿਆ, ਪਰ ਨਾਲ ਦੇ ਨਾਲ ਤਰਿੰਜਣ ਤੁਹਾਨੂੰ ਸੁਚੱਜੇ ਕੰਮ ਵੀ ਸਿਖਾਉਂਦਾ ਸੀ। ਕਹਿੰਦੇ ਨੇ ਕਿ ਜਦੋਂ ਪੋਤੀ ਜਨਮ ਲੈਂਦੀ ਸੀ ਤਾਂ ਦਾਦੀ ਉਦੋਂ ਤਰਿੰਜਣ ਦੇ ਵਿੱਚ ਪਹਿਲਾਂ ਤੋਪਾ ਕੱਢਦੀ ਸੀ ਕਿ ਅੱਜ ਤੋਂ ਇਹਦੇ ਦਾਜ ਦੀ ਤਿਆਰੀ ਹੋ ਗਈ। ਦਾਦੀ ਦੇ ਕੱਢਦਿਆਂ ਮਾਂ ਉਸੇ ਤਰਿੰਜਣ 'ਚ ਬੈਠ ਕੇ ਕੁੜੀ ਦੇ ਦਾਜ ਦਾ ਸਮਾਨ ਤਿਆਰ ਕਰਦੀ। ਫਿਰ ਕੁੜੀ ਹੌਲੀ ਹੌਲੀ ਉਸੇ ਤਰਿੰਜਣ ਦੇ ਵਿੱਚ ਦਾਦੀ ਤੇ ਮਾਂ ਵੱਲੋਂ ਤਿਆਰ ਕੀਤੇ ਜਾਂਦੇ ਸਮਾਨ ਦੇ ਵਿੱਚ ਵੱਡੀ ਹੋ ਕੇ ਹੱਥ ਵਟਾਉਣ ਲੱਗਦੀ ਤੇ ਆਪਣੇ ਦਾਜ ਦੀਆਂ ਤਰੀਆਂ ਬੁਣਨੀਆਂ ਸ਼ੁਰੂ ਕਰ ਦਿੰਦੀ, ਕਢਾਈਆਂ ਕੱਢਣੀਆਂ ਸ਼ੁਰੂ ਕਰ ਦਿੰਦੀ। ਹਾਲਾਂਕਿ ਹੁਣ ਤਾਂ ਦਾਜ ਦਾ ਰਿਵਾਜ਼ ਖਤਮ ਹੋ ਗਿਆ, ਔਰ ਹੋਣਾ ਵੀ ਨਹੀਂ ਚਾਹੀਦਾ। ਜੇ ਕਿਤੇ ਹੁੰਦਾ ਵੀ ਹੈ ਤਾਂ ਉਹ ਕਾਨੂੰਨੀ ਜੁਰਮ ਹੈ, ਪਰ ਪੁਰਾਣੇ ਸਮਿਆਂ ਦੇ ਵਿੱਚ ਇਹ ਬਹੁਤ ਜ਼ਰੂਰੀ ਜਿਹਾ ਹਿੱਸਾ ਹੁੰਦਾ ਸੀ। ਕਹਿੰਦੇ ਨੇ ਜਿਹੜਾ ਤਰਿੰਜਣ ਹੈ ਇਸ ਦਾ ਗੀਤਾਂ ਦੇ ਨਾਲ ਬਹੁਤ ਗੂੜਾ ਸੰਬੰਧ ਆ, ਕਿਉਂਕਿ ਤਰਿੰਜਣ ਦੇ ਦੌਰਾਨ ਕੁੜੀਆਂ ਕੰਮ ਕਰਦੀਆਂ ਹੋਈਆਂ, ਬੁੜੀਆਂ ਬੁੱਢੀਆਂ ਸਾਰੀਆਂ ਹੀ ਰਲ ਕੇ ਗਾਉਂਦੀਆਂ ਵੀ ਹੁੰਦੀਆਂ ਸੀ। ਲੰਬੇ ਲੰਬੇ ਤੰਦ ਵੇ ਮੈਂ ਚਾਰੇ ਖੇਤੇ ਪਾਉਣੀਆਂ, ਲੰਬੇ ਲੰਬੇ ਤੰਦ ਵੇ ਮੈਂ ਚਾਰੇ ਖੇਤੇ ਪਾਉਣੀਆਂ, ਹਾਇਓ ਮੇਰੇ ਹਾਣੀਆਂ ਮੈਂ ਦਿਲੋਂ ਤੈਨੂੰ ਚਾਹੁੰਨੀਆਂ, ਹਾਇਓ ਮੇਰੇ ਹਾਣੀਆਂ ਮੈਂ ਦਿਲੋਂ ਤੈਨੂੰ ਚਾਹੁੰਨੀਆਂ।
ਗੀਤ ਗਾਉਣੇ ਇਦਾਂ ਲੱਗਦਾ ਹੈ ਆਪਾਂ ਨੂੰ ਸਾਰਿਆਂ ਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਅੱਗੇ ਸਾਰੇ ਹਿੱਕਾਂ ਲਾ ਲੈਂਦੇ ਸੀ, ਸਾਰੇ ਵਧੀਆ ਗਾ ਲੈਂਦੇ ਸੀ, ਉਹਨਾਂ ਨੂੰ ਗੀਤ ਬਹੁਤ ਆਉਂਦੇ ਸੀ। ਇਹਦੇ 'ਚ 1% ਵੀ ਸ਼ੱਕ ਨਹੀਂ ਕਿ ਅੱਗੇ ਪੁਰਾਣੇ ਸਮੇਂ 'ਚ ਸਾਰਿਆਂ ਨੂੰ ਮੂੰਹ ਜਵਾਨੀ ਟ੍ਰੈਡੀਸ਼ਨਲ ਗੀਤ ਰਟੇ ਹੁੰਦੇ ਸੀ, ਸਾਰੇ ਜਾਣੇ ਗਾ ਲੈਂਦੇ ਸੀ। ਪਰ ਇੱਦਾਂ ਜ਼ਰੂਰ ਹੈ ਕਿ ਪੁਰਾਣੇ ਸਮੇਂ ਦੇ ਤਰਿੰਜਣ ਦੇ ਵਿੱਚ ਵੀ ਸਾਰਿਆਂ ਦੀ ਆਵਾਜ਼ ਇੰਨੀ ਵਧੀਆ ਨਹੀਂ ਸੀ ਹੁੰਦੀ, ਵਿੱਚੋਂ ਕਈਆਂ ਦੀ ਬਹੁਤ ਵਧੀਆ ਹੋਣੀ, ਕਈਆਂ ਦੀ ਨਾ ਹੋਣੀ, ਪਰ ਰਲ ਮਿਲ ਕੇ ਜਦੋਂ ਕੁੜੀਆਂ ਕੱਤਦੀਆਂ, ਕੱਢਦੀਆਂ, ਬੁਣਦੀਆਂ, ਗੀਤ ਗਾਉਂਦੀਆਂ ਤੇ ਉਹਨਾਂ ਦੀ ਆਵਾਜ਼ ਆਪਸ ਦੇ ਵਿੱਚ ਰਲਦੀ, ਹੇਕਾਂ ਲਾਉਂਦੀ ਹੋਈ ਲੰਬੀ ਹੁੰਦੀ ਜਾਂਦੀ। ਔਰ ਜਿਵੇਂ ਜਿਵੇਂ ਚਰਖੇ ਦਾ ਤੰਦ ਲੰਬਾ ਹੁੰਦਾ ਜਾਂਦਾ, ਉਵੇਂ ਉਵੇਂ ਹੇਕ ਜਿਹੜੀ ਹੈ ਹੋਰ ਲੰਬੀ ਹੁੰਦੀ ਜਾਂਦੀ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸ਼ਾਇਦ ਤਰਿੰਜਣ ਕੇਵਲ ਤੇ ਕੇਵਲ ਸਵੇਰ ਨੂੰ ਹੀ ਲੱਗਦੇ ਸੀ, ਪਰ ਨਹੀਂ। ਤਰਿੰਜਣ 2 ਤਰੀਕੇ ਦੇ ਹੁੰਦੇ ਨੇ, ਇੱਕ 4 ਪਹਿਰਾਂ ਦਾ ਤਰਿੰਜਣ, ਇੱਕ 8 ਪਹਿਰਾਂ ਦਾ ਤਰਿੰਜਣ। 4 ਪਹਿਰਾਂ ਦਾ ਤਰਿੰਜਣ ਉਹ ਹੁੰਦਾ ਹੈ ਜਿਸ ਦੇ ਵਿੱਚ ਔਰਤਾਂ ਬੀਬੀਆਂ ਨਾਲ ਦੇ ਨਾਲ ਸਵੇਰ ਨੂੰ ਘਰ ਦੇ ਕੰਮ ਵੀ ਕਰਦੀਆਂ, ਜਵਾਕਾਂ ਨੂੰ ਰੋਟੀ ਦੇ ਕੇ, ਘਰਦਿਆਂ ਨੂੰ ਸਾਂਭ ਕੇ ਫਿਰ ਦੁਬਾਰਾ ਆ ਕੇ ਤਰਿੰਜਣ ਦੇ ਵਿੱਚ ਕੱਤਣਾ ਬੁਣਨਾ ਸ਼ੁਰੂ ਕਰ ਦਿੰਦੀਆਂ। ਤੇ 8 ਪਹਿਰਾਂ ਦਾ ਤਰਿੰਜਣ ਉਹ ਹੁੰਦਾ ਹੈ ਕਿ ਦਿਨ ਰਾਤ ਕੱਤਦੀਆਂ, ਇਕੱਠੀਆਂ ਹੋ ਕੇ ਕੱਤਦੀਆਂ ਹੀ ਰਹਿੰਦੀਆਂ। ਛਿਪ ਜਾ ਛਿਪ ਜਾ, ਛਿਪ ਜਾ ਛਿਪ ਜਾ, ਚੰਦਾ ਵੇ ਛਿਪ ਕੇ ਕਰਦੇ ਨੇਰਾ, ਮੇਰੀ ਪਹਿਲੀ ਹੋ ਮੇਰੀ ਪਹਿਲੀ ਪੂਣੀ ਢੋਲਦਾ ਚੌਥਾ ਗੇੜਾ, ਮੇਰੀ ਪਹਿਲੀ। ਕੱਲੇ ਸਵੇਰ ਨੂੰ ਹੀ ਤਰਿੰਜਣ ਨਹੀਂ ਲੱਗਦੇ, ਤਰਿੰਜਣ ਰਾਤਾਂ ਨੂੰ ਵੀ ਲੱਗਦੇ। ਤਾਂ ਹੀ ਤਾਂ ਦੀਵੇ ਦੀ ਲੌ ਦੀ ਵੀ ਆਪਾਂ ਗੱਲ ਕੀਤੀ ਹੈ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਜੰਗ ਯੁੱਧ ਹੁੰਦੇ ਤਾਂ ਇਤਿਹਾਸ ਕਹਿੰਦਾ ਹੈ, ਜਿਹੜੇ ਲੋਕ ਤਰਿੰਜਣ ਤੇ ਕੰਮ ਕਰਦੇ ਨੇ ਉਹ ਦੱਸਦੇ ਨੇ ਕਿ ਬੀਬੀਆਂ ਨੇ ਉਹਨਾਂ ਦਿਨਾਂ ਦੇ ਵਿੱਚ ਤਰਿੰਜਣ ਜ਼ਿਆਦਾ ਲਾਉਣੇ ਸ਼ੁਰੂ ਕੀਤੇ, ਕਿਉਂਕਿ ਘਰੇ ਕੋਈ ਕੰਮਕਾਰ ਨਹੀਂ ਸੀ, ਸਾਰੇ ਜੰਗ ਯੁੱਧ ਤੇ ਜਿਹੜੇ ਮਰਦ ਸਨ ਉਹ ਚਲੇ ਜਾਂਦੇ ਤੇ ਆਰਾਮ ਦੇ ਨਾਲ ਬੈਠ ਕੇ ਕੱਤਦੀਆਂ ਤੇ ਆਪਣੇ ਮਾਈਏ ਨੂੰ ਵੀ ਚੇਤੇ ਕਰਦੀਆਂ। ਤਰਿੰਜਣ ਦਾ ਨਾਚ ਦੇ ਨਾਲ ਵੀ ਗਹਿਰਾ ਸੰਬੰਧ ਹੈ। ਕਾਰਨ, ਜਦੋਂ ਤੁਸੀਂ ਕੰਮ ਕਰਦੇ ਕਰਦੇ ਤਰਿੰਜਣ ਦੇ ਵਿੱਚ ਥੱਕ ਗਏ ਤੇ ਆਰਾਮ ਕਰਨ ਦੇ ਲਈ, ਮਨੋਰੰਜਨ ਦੇ ਲਈ ਕੋਈ ਸਾਧਨ ਹੋਣੇ ਚਾਹੀਦੇ ਨੇ, ਤਾਂ ਕੁੜੀਆਂ ਕੁਝ ਸਮੇਂ ਦੇ ਲਈ ਆਪਣਾ ਸਾਰਾ ਸਾਜੋ ਸਮਾਨ ਪਾਸੇ ਤੇ ਰੱਖਦੀਆਂ ਤਾਂ ਫਿਰ ਨੱਚਣਾ ਸ਼ੁਰੂ ਕਰਦੀਆਂ। ਔਰ ਨੱਚਦੀਆਂ ਨੱਚਦੀਆਂ ਬੜੀਆਂ ਹੀ ਬੋਲੀਆਂ ਪਾਉਂਦੀਆਂ, ਧਮਾਲ ਪਾਉਂਦੀਆਂ। ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਸੋਨੇ ਦੀਆਂ ਮੇਖਾਂ, ਕੱਤਦੀ ਕੱਤਦੀ ਮੈਂ ਰੋ ਪੈਂਦੀ ਜਦ ਚਰਖੇ ਵੱਲ ਵੇਖਾਂ। ਤਰਿੰਜਣ ਦੇ ਵਿੱਚ ਜ਼ਿਆਦਾਤਰ ਚਰਖੇ ਕੁੜੀਆਂ ਦੇ ਪੇਕਿਆਂ ਤੋਂ ਆਏ ਹੁੰਦੇ ਸੀ, ਕਿਉਂਕਿ ਨਿਸ਼ਾਨੀ ਦੇ ਤੌਰ ਤੇ। ਆਮ ਤੌਰ ਤੇ ਆਪਾਂ ਗੱਲ ਕਰੀਦੀ ਹੈ ਕਿ ਜਦੋਂ ਪੁਰਾਣੇ ਸਮੇਂ ਦੇ ਵਿੱਚ ਬੀਬੀਆਂ ਆਪਣੀਆਂ ਚਾਦਰਾਂ ਵਗੈਰਾ ਦਿਖਾਉਂਦੀਆਂ ਤੇ ਉਹ ਅਕਸਰ ਕਹਿੰਦੀਆਂ ਨੇ ਕਿ ਆਹ ਮੇਰੀ ਮਾਂ ਨੇ ਕੱਢੀ ਸੀ, ਆਹ ਮੇਰੀ ਦਾਦੀ ਨੇ ਕੱਢੀ ਸੀ, ਆਹ ਮੈਂ ਕੱਢੀ ਹੋਈ ਹੈ। ਪਰ ਇੱਕ ਚਾਦਰ ਹਮੇਸ਼ਾ ਪੁਰਾਣੇ ਸਮਿਆਂ ਦੇ ਵਿੱਚ ਰਿਵਾਜ਼ ਹੁੰਦਾ ਸੀ ਕਿ ਉਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਸੀ। ਮਾਂ ਦੀ ਮਾਂ ਉਹਨੂੰ ਦਿੰਦੀ ਹੈ, ਮਾਂ ਗਾਂ ਆਪਣੀ ਧੀ ਨੂੰ ਦਿੰਦੀ ਹੈ, ਧੀ ਗਾਂ ਆਪਣੀ ਧੀ ਨੂੰ ਦਿੰਦੀ ਹੈ। ਇਸ ਦੇ ਨਾਲ ਉਹ ਵਿਰਾਸਤ ਚੱਲਦੀ ਰਹਿੰਦੀ ਸੀ ਔਰ ਯਾਦਾਂ ਹਮੇਸ਼ਾ ਜਿਹੜੀਆਂ ਜੁੜੀਆਂ ਰਹਿੰਦੀਆਂ ਸੀ। ਜਦੋਂ ਕਿਤੇ ਵੀ ਤੀਆਂ ਲੱਗਣੀਆਂ ਤੇ ਤਰਿੰਜਣਾਂ ਨੇ ਰੌਣਕਾਂ ਲਾਉਣੀਆਂ, ਪਰ ਕੱਲੀਆਂ ਤੀਆਂ 'ਚ ਹੀ ਤਰਿੰਜਣਾਂ ਨਹੀਂ ਲੱਗਦੀਆਂ, ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਤਰਿੰਜਣਾਂ ਅਕਸਰ ਕੁੜੀਆਂ ਨੂੰ ਬਹੁਤ ਸਾਰੇ ਸੁਪਨਿਆਂ ਦੇ ਨਾਲ ਵੀ ਜੋੜਦੀਆਂ। ਕੁਆਰੀਆਂ ਕੁੜੀਆਂ ਆਪਣੇ ਮਾਈਏ ਦੀ ਉਡੀਕ ਜਾਂ ਮਾਏ ਦੀਆਂ ਚਾਵਾਂ ਦੀਆਂ ਗੱਲਾਂ ਤਰਿੰਜਣਾਂ ਦੇ ਵਿੱਚ ਅਕਸਰ ਕਰਦੀਆਂ ਤੇ ਵਿਆਹੀਆਂ ਹੋਈਆਂ ਕੁੜੀਆਂ ਅਕਸਰ ਆਪਣੇ ਮਾਂ-ਬਾਪ ਨੂੰ ਤਰਿੰਜਣਾਂ 'ਚ ਚੇਤੇ ਕਰਦੀਆਂ। ਨਿਕੜੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ, ਨਿਕੜੀ ਸੂਈ ਵਟਮਾ ਧਾਗਾ ਬੈਠ ਕਸੀਦਾ ਕੱਢ ਰਹੀਆਂ, ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਬੀਬਾ ਰੋ ਰਹੀ ਐ, ਬਾਬਲ ਮੇਰੇ ਕਾਜ ਰਚਾਇਆ ਮੈਂ ਪਰਦੇਸਣ ਹੋ ਰਹੀ ਹਾਂ। ਪਰਦੇਸਣ ਹੋਣ ਵਾਲੀਆਂ ਧੀਆਂ ਅਕਸਰ ਤਰਿੰਜਣਾਂ ਦੇ ਵਿੱਚ ਆਪਣੇ ਮਨ ਦੇ ਭਾਵ ਜਿਹੜੇ ਇਹਨਾਂ ਗੀਤਾਂ ਦੇ ਜ਼ਰੀਏ ਪ੍ਰਗਟ ਕਰਦੀਆਂ, ਕਿਉਂਕਿ ਜਦੋਂ ਤਰਿੰਜਣ ਲੱਗਾ ਹੈ ਤਾਂ ਰਸਤੇ 'ਚੋਂ ਆਉਂਦੇ ਜਾਂਦੇ ਲੋਕ ਵੀ ਦੇਖਦੇ ਨੇ ਕਿ ਕੀ ਹੋ ਰਿਹਾ। ਖਾਸ ਤੌਰ 'ਤੇ ਤਰਿੰਜਣਾਂ ਦੇ ਦੌਰਾਨ ਖਾਣ ਪੀਣ ਦਾ ਖਾਸ ਖਿਆਲ ਰੱਖਿਆ ਜਾਂਦਾ। ਕੋਈ ਕੁੜੀ ਆਪਣੇ ਘਰੋਂ ਮੱਕੀ ਦੇ ਦਾਣੇ ਭੁੰਨ ਕੇ ਲੈ ਆਉਂਦੀ, ਕੋਈ ਕਣਕ ਭੁੰਨ ਕੇ ਲੈ ਆਉਂਦੀ, ਕੋਈ ਕੁਝ ਲੈ ਆਉਂਦੀ। ਫਿਰ ਉੱਥੇ ਚੀਜ਼ਾਂ ਵੀ ਖਾਣ ਦੇ ਲਈ ਪ੍ਰੋਪਰ ਰੱਖੀਆਂ ਜਾਂਦੀਆਂ। ਦੇਖੋ ਕਿਵੇਂ ਦਾ ਉਹ ਸਮਾਂ ਹੋਊਗਾ ਜਦੋਂ ਇਸ ਤਰੀਕੇ ਦੇ ਮਾਹੌਲ ਹੋਣਗੇ, ਵਾਤਾਵਰਣ ਹੋਣਗੇ। ਹੁਣ ਤਾਂ ਕੁਝ ਪਲ ਦੇ ਲਈ ਕੁਝ ਗੈਸਟ ਆ ਜਾਣ ਤਾਂ ਇੱਦਾਂ ਲੱਗਦਾ ਕਿ ਅੱਜ ਤਾਂ ਸਾਡਾ ਸਾਰਾ ਦਿਨ ਚਲਿਆ ਗਿਆ, ਪਰ ਪੁਰਾਣੇ ਸਮਿਆਂ 'ਚ ਜਦੋਂ ਤਰਿੰਜਣ ਲੱਗਦੇ ਸੀ, ਇੱਕ ਅੱਧੇ ਦੇ ਘਰ 2-2, 3-3 ਦਿਨ, ਹਫ਼ਤਾ-ਹਫ਼ਤਾ ਇੱਦਾਂ ਹੀ ਰੌਣਕਾਂ ਲੱਗੀਆਂ ਰਹਿੰਦੀਆਂ ਸੀ।
ਜਦੋਂ ਤਰਿੰਜਣ ਦੀ ਗੱਲ ਆਉਂਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਕੁੜੀਆਂ ਚਿੜੀਆਂ ਦਾ ਹਾਸਾ ਠੱਠਾ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਸੁਣ ਰਿਹਾ ਹੈ। ਜਦੋਂ ਕਿਤੇ ਤਰਿੰਜਣ ਦੀ ਗੱਲ ਹੁੰਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਚਰਖੇ ਦੀਆਂ ਕੂਕਾਂ ਦੇ ਨਾਲ ਸ਼ਾਇਦ ਤੁਹਾਡੇ ਕੰਨਾਂ ਦੇ ਵਿੱਚ ਸੰਗੀਤ ਗੁਜ਼ਰ ਰਿਹਾ ਹੈ। ਜਦੋਂ ਤਰਿੰਜਣ ਦੀ ਗੱਲ ਚੱਲਦੀ ਹੈ ਤਾਂ ਇਦਾਂ ਲੱਗਦਾ ਹੈ ਕਿ ਸੂਈ ਦੇ ਨਾਲ ਕੱਢਦਿਆਂ ਕੱਢਦਿਆਂ ਮਨ ਦੇ ਭਾਵ ਉਹਨਾਂ ਚਾਦਰਾਂ ਤੇ ਕੱਢੇ ਜਾ ਰਹੇ ਨੇ। ਬਹੁਤ ਸਾਰੇ ਲੋਕ ਵੱਖਰੇ ਵੱਖਰੇ ਤਰੀਕੇ ਦੀ ਕਢਾਈ ਕਰਦੇ ਨੇ। ਤਰਿੰਜਣਾਂ ਦੇ ਦੌਰਾਨ ਕੁੜੀਆਂ ਜੇ ਖੁਸ਼ ਹੁੰਦੀਆਂ ਤੇ ਉਹਨਾਂ ਨੂੰ ਬਾਗ ਚੇਤੇ ਆਉਂਦੇ ਤਾਂ ਉਹ ਬਾਗ ਦੇ ਉੱਤੇ ਵੱਡੇ ਵੱਡੇ ਫੁੱਲ ਕੱਢਦੀਆਂ, ਸੋਹਣੇ ਸੋਹਣੇ ਫੁੱਲ। ਅਕਸਰ ਬਾਗ ਤੇ ਫੁਲਕਾਰੀ ਦੀ ਵੀ ਜਦੋਂ ਗੱਲ ਹੁੰਦੀ ਹੈ ਤਾਂ ਕਦੇ ਨਾ ਕਿਤੇ ਇੱਦਾਂ ਲੱਗਦਾ ਹੈ ਕਿ ਸ਼ਾਇਦ ਜਿਹੜੀ ਫੁਲਕਾਰੀ ਹੈ ਉਹ ਪਤਲੇ ਜਿਹੇ ਕੱਪੜੇ ਤੇ ਕੱਢੀ ਜਾਂਦੀ ਹੋਣੀ ਹੈ ਔਰ ਉਹਦੇ ਉੱਤੇ ਕਢਾਈ ਕੱਢ ਦਿੱਤੀ ਜਾਂਦੀ ਹੋਣੀ ਹੈ, ਜਾਂ ਫੁਲਕਾਰੀ ਜਿਹੜੀ ਹੈ ਮਸ਼ੀਨ ਦੇ ਨਾਲ ਕੱਢੀ ਜਾਂਦੀ ਹੋਣੀ ਹੈ, ਬਾਗ ਹੱਥ ਦੇ ਨਾਲ ਕੱਢੇ ਜਾਂਦੇ ਹੋਣੇ ਹੈ। ਪਰ ਫਰਕ ਕੁਝ ਹੋਰ ਹੈ। ਫੁਲਕਾਰੀ ਤੇ ਬਾਗ ਦੋਨੋਂ ਹੀ ਇੱਕੋ ਜਿਹੇ ਕੱਪੜੇ ਤੇ ਕੱਢੇ ਜਾਂਦੇ ਨੇ, ਸੂਹੇ ਰੰਗ ਦੇ, ਲਾਲ ਸੂਹੇ ਰੰਗ ਦੇ ਕੱਪੜੇ ਤੇ। ਫੁਲਕਾਰੀ ਜਿਹੜੀ ਹੈ ਉਸ ਦੇ ਵਿੱਚ ਟੋਪਾ ਵੱਡਾ ਵੱਡਾ ਭਰਦੇ ਆ ਤੇ ਜਾਂ ਫਿਰ ਜਗ੍ਹਾ ਜਗ੍ਹਾ ਖਾਲੀ ਛੱਡ ਕੇ ਕਢਾਈ ਕੱਢੀ ਜਾਂਦੀ ਹੈ, ਜਿਹਨੂੰ ਆਪਾਂ ਕਹਿ ਦਿੰਦਾ ਕਿ ਡਿਸਟੈਂਸ ਦੇ ਕੇ ਐਮਬਰਾਇਡਰੀ ਕੀਤੀ ਜਾਂਦੀ ਹੈ। ਤੇ ਬਾਗ ਦੇ ਵਿੱਚ ਬਿਲਕੁਲ ਵੀ ਡਿਸਟੈਂਸ ਨਹੀਂ ਹੁੰਦਾ, ਨਾਲ ਦੇ ਨਾਲ ਡਿਜ਼ਾਈਨ ਜਿਹੜਾ ਭਰਿਆ ਜਾਂਦਾ ਹੈ। ਅੱਜ ਵੀ ਤੁਸੀਂ ਮਾਰਕੀਟ ਦੇ ਵਿੱਚ ਜਾਓ, ਜਿਹੜੇ ਬਾਗ ਨੇ ਉਹਨਾਂ ਦੀ ਕਾਸਟ ਜ਼ਿਆਦਾ ਆ, ਕਿਉਂਕਿ ਬਾਗ ਇੱਕ ਤਾਂ ਮਸ਼ੀਨਾਂ ਦੇ ਨਾਲ ਨਹੀਂ ਕੱਢੇ ਜਾਂਦੇ, ਹੱਥ ਦਾ ਕੰਮ ਕੀਤਾ ਜਾਂਦਾ ਹੈ। ਉੱਤੋਂ ਦਿਨੀ ਬਾਗ ਕੱਢਣ ਦੇ ਲਈ ਨਾ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ। ਵਣਜਾਰਿਆਂ ਦਾ ਆਉਣਾ ਅੱਗੇ ਪਿੰਡਾਂ ਦੇ ਵਿੱਚ ਆਮ ਹੁੰਦਾ। ਕੱਚੇ ਕੱਚੇ ਕੱਚ ਦੀਆਂ ਚੂੜੀਆਂ ਵਿੱਚ ਗੂੜੇ ਗੂੜੇ ਰੰਗ ਨੀ, ਗੂੜੇ ਗੂੜੇ ਰੰਗਾਂ ਨਾਲੋਂ ਗੂੜਾ ਨਹੀਂ ਮੇਰੇ ਮਾਹੀ ਵਾਲਾ ਰੰਗ। ਆ ਗਿਆ ਵਣਜਾਰਾ ਨੀ ਚੜਾ ਲੈ ਭਾਬੀ ਚੂੜੀਆਂ, ਗਲੀ ਗਲੀ ਵਣਜਾਰਾ ਫਿਰਦਾ ਵੰਗਾਂ ਲਾਓ ਚੜਾ ਨੀ, ਬੇਬੇ ਮੇਰੀ ਨੇ ਬੰਗਾਂ ਚੜਾਈਆਂ ਬਾਪੂ ਨੂੰ ਚੜ ਗਿਆ ਚਾਅ ਨੀ, ਬੇਬੇ ਬਾਪੂ ਨੂੰ ਨੱਚ ਕੇ ਜ਼ਰਾ ਵਿਖਾ। ਸੋ ਜਦੋਂ ਵਣਜਾਰਿਆਂ ਨੇ ਆਉਣਾ ਤੇ ਜੇ ਤਰਿੰਜਣ ਲੱਗਿਆ ਹੋਣਾ, ਕੁੜੀਆਂ ਨੂੰ ਜ਼ਰੂਰ ਹੁੰਦਾ ਸੀ ਕਿ ਮੈਂ ਆਹ ਵੰਗਾਂ ਲੈ ਲਵਾਂ, ਮੈਂ ਇਸ ਰੰਗ ਦੀਆਂ ਵੰਗਾਂ ਲੈ ਲਵਾਂ, ਔਰ ਵੰਗਾਂ ਪਾ ਕੇ ਚਰਖਾ ਕੱਤਣ ਦੇ ਨਾਲ ਆਹਾ ਕਿਆ ਸੁਰ ਮਿਲਦੇ ਨੇ ਵੰਗਾਂ ਦੇ ਤਾਂ ਚਰਖੇ ਦੇ ਆਪਸ ਦੇ ਵਿੱਚ। ਪੁਰਾਣੇ ਸਮਿਆਂ 'ਚ ਇਹ ਵੀ ਜ਼ਰੂਰ ਹੁੰਦਾ ਸੀਗਾ ਨਾ ਕਿ ਬਹੁਤਿਆਂ ਪੈਸੇ ਦਾ ਤਾਂ ਨਹੀਂ ਸੀ, ਇਹ ਜ਼ਰੂਰ ਹੁੰਦਾ ਸੀ ਕਿ ਤੁਸੀਂ ਇੱਦਾਂ ਕਰੋ, ਆਹ ਜਿਹੜਾ ਤੁਸੀਂ ਇੰਨਾ ਕੁ ਰੂ ਕੱਤਿਆ ਆ ਇਹਦੇ ਬੱਟੇ ਕਣਕ ਲੈ ਲਓ, ਆਹ ਜਿਹੜਾ ਇੰਨਾ ਕੁ ਕੰਮ ਕੀਤਾ ਆ ਇਹਦੇ ਬੱਟੇ ਆਹ ਲੈ ਲਓ। ਆਉਣਾ, ਰੌਣਕਾਂ ਲੱਗੀਆਂ ਹੋਣੀਆਂ ਤੇ ਕਈ ਵਾਰੀ ਭਾਂਡੇ ਵੇਚਣ ਵਾਲਿਆਂ ਨੇ ਵੀ ਆਉਣਾ ਤਾਂ ਕੱਤੇ ਹੋਏ ਰੂ ਦੀਆਂ ਪੂਣੀਆਂ ਦੇ ਕੇ ਜਾਂ ਕੁਝ ਹੋਰ ਸਮਾਨ ਦੇ ਕੇ ਉਹਨਾਂ ਤੋਂ ਭਾਂਡੇ ਲੈ ਲਏ ਜਾਣੇ। ਔਰ ਵਣਜਾਰਨਾਂ ਜਿਹੜੀਆਂ ਆਉਂਦੀਆਂ ਸੀ ਜਾਂ ਬਾਜੀਗਰ ਪਿੰਡਾਂ ਦੇ ਵਿੱਚ ਆਉਂਦੇ ਹੁੰਦੇ ਸੀ, ਉਹਨਾਂ ਤੋਂ ਤਰਿੰਜਣਾਂ ਦੇ ਦੌਰਾਨ ਗੀਤ ਸੁਣੇ ਜਾਣੇ, ਉਹਨਾਂ ਦੇ ਨਾਲ ਰੌਣਕਾਂ ਲਾਈਆਂ ਜਾਣੀਆਂ। ਰੰਗਲਾ ਸੀ ਚਰਖਾ ਚੰਨਾ ਵੇ ਚੱਕ, ਡੌਂਦੀ ਚਵਾਰੇ ਵੇ, ਚਿੱਟੀਆਂ ਸੀ ਪੂਣੀਆਂ ਚੰਨਾ ਵੇ ਤੰਦ, ਲੈਂਦਾ ਹੁਲਾਰੇ ਵੇ। ਉਹ ਭਾਬੋ ਚਾਦਰ ਕੱਢਾਂ ਫੁਲਕਾਰੀ ਕੱਢਾਂ, ਬੂਟੀ ਪਾਉਣੀ ਆ 7 ਰੰਗ ਜੋੜ ਕੇ, ਤੂੰ ਤੁਰਿਆਈ ਅਸਾਂ ਤੁਰ ਜਾਣਾ, ਇਹ ਸੰਗ ਸਹੇਲੀਆਂ ਦਾ ਛੋੜ ਕੇ। ਅਕਸਰ ਇਹ ਜਿਹੜੇ ਸੰਗ ਨੇ ਉਹ ਵਿਛੜਦੇ ਆਏ ਨੇ ਸਹੇਲੀਆਂ ਦੇ। ਅਕਸਰ ਇਹ ਜਿਹੜੇ ਤਰਿੰਜਣ ਹੈ ਉਹਨਾਂ ਦੇ ਬਾਰੇ ਪੜ੍ਹਦੇ ਆਏ ਆ ਕਿ ਕਿਵੇਂ ਸਹੇਲੀਆਂ ਇਸ ਦੇ ਵਿੱਚ ਆਪਣੇ ਮਨੋਭਾਵਾਂ ਨੂੰ ਪ੍ਰਗਟ ਕਰਦੀਆਂ ਸੀ। ਪਰ ਥੋੜ੍ਹਾ ਨਹੀਂ, ਬਹੁਤ ਸਮਾਂ ਬਦਲਿਆ। ਤਰਿੰਜਣ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ, ਲਾਈਟਾਂ ਨਹੀਂ ਹੁੰਦੀਆਂ ਸੀ, ਕੁਝ ਵੀ ਨਹੀਂ ਹੁੰਦਾ ਸੀ। ਪਰ ਫਿਰ ਵੀ ਤਰਿੰਜਣ ਦੇ ਦੌਰਾਨ ਬਹੁਤ ਕੁਝ ਹੋ ਜਾਂਦਾ, ਲੋੜਾਂ ਪੂਰੀਆਂ ਹੋ ਜਾਂਦੀਆਂ, ਮਨੋਰੰਜਨ ਪੂਰਾ ਹੋ ਜਾਂਦਾ, ਸਾਡੀ ਜ਼ਿੰਦਗੀ ਦੀਆਂ ਕਈ ਅਹਿਮ ਗੱਲਾਂ ਇੱਕ ਦੂਸਰੇ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ, ਇੱਕ ਦੂਸਰੇ ਦੇ ਨਾਲ ਸਾਂਝਾ ਮੁਹੱਬਤਾਂ ਪਿਆਰ ਨੇਪਰੇ ਚੜ੍ਹ ਜਾਂਦਾ। ਪਰ ਇਸ ਗੱਲ ਤੋਂ ਵੀ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਅਜੋਕੇ ਸਮੇਂ ਦੇ ਵਿੱਚ ਜੇ ਆਪਾਂ ਹੁਣ ਹੱਥ ਦੇ ਨਾਲ ਕੰਮ ਕਰਨਾ ਸ਼ੁਰੂ ਕਰਾਂਗੇ ਤਾਂ ਦਫ਼ਤਰ ਦੇ ਕੰਮ ਕਦੋਂ ਕਰਾਂਗੇ? ਹੁਣ ਤਾਂ ਹਰ ਔਰਤ ਜਿਹੜੀ ਹੈ ਕੰਮ ਤੇ ਜਾਂਦੀ ਹੈ, ਘਰੇਲੂ ਕੰਮਕਾਰ ਦੇ ਨਾਲ ਨਾਲ ਉਸਨੂੰ ਬਾਹਰਲੇ ਕੰਮ ਵੀ ਸੰਭਾਲਣੇ ਪੈਂਦੇ ਨੇ। ਸੋ ਸਮੇਂ ਦੇ ਨਾਲ ਆਇਆ ਬਦਲਾਅ ਜਾਣਨਾ ਬਹੁਤ ਜ਼ਰੂਰੀ ਹੈ। ਪਰ ਆਪਾਂ ਨੂੰ ਇਸ ਚੀਜ਼ ਤੋਂ ਬਚਣਾ ਨਹੀਂ ਚਾਹੀਦਾ ਕਿ ਜਿਹੜੀਆਂ ਸਾਡੀਆਂ ਪੁਰਾਣੀ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਇੰਨਾ ਕੁ ਤਾਂ ਸੰਭਾਲ ਕੇ ਰੱਖੀਏ ਕਿ ਆਉਣ ਵਾਲੀ ਪੀੜ੍ਹੀ ਨੂੰ ਉਹ ਇਕੱਲੇ ਸ਼ੋਪੀਸ ਨਾ ਲੱਗਣ, ਇੰਝ ਲੱਗਣ ਕਿ ਉਹ ਵਾਕਈ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਇਆ ਕਰਦੇ ਸਨ। ਅੱਜ ਦੇ ਲਈ ਪ੍ਰੋਗਰਾਮ ਵਿਰਾਸਤੀ ਪੈੜਾਂ ਦਾ ਜਿਹੜਾ ਸਮਾਂ ਆ ਉਹ ਵੀ ਪੂਰਾ ਹੋ ਗਿਆ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਊਗਾ। ਹੁਣ ਬਰੁਣ ਕੌਰ ਮਾਨ ਨੂੰ ਦੇ ਦਿਓ ਆਗਿਆ ਤੇ ਜੁੜੇ ਰਹੋ ਆਪਣੀ ਵਿਰਾਸਤ ਦੇ ਨਾਲ। ਮੈਨੂੰ ਵੀ ਤੁਸੀਂ ਜੇ ਕੁਝ ਜਾਣਦੇ ਹੋ ਵਿਰਾਸਤ ਬਾਰੇ ਜ਼ਰੂਰ ਦੱਸੋ, ਕਮੈਂਟ ਸੈਕਸ਼ਨ ਦੇ ਵਿੱਚ ਦੱਸੋ। ਫੇਸਬੁੱਕ ਲਾਈਕ ਕਰ ਦਿਓ, YouTube ਲਾਈਕ ਕਰ ਦਿਓ ਤੇ ਹੁਣ ਮੈਨੂੰ ਦੇ ਦਿਓ ਆਗਿਆ। ਵਿਰਾਸਤੀ ਪੈੜਾਂ ਪ੍ਰੋਗਰਾਮ ਮੈਂ ਇੱਥੇ ਖਤਮ ਕਰਨ ਦਾ। ਸਤਿ ਸ਼੍ਰੀ ਅਕਾਲ ਜੀ।